ਅਸੀਂ ਅੱਜ ਇਸ ਕਰਕੇ ਇਕੱਠੇ ਹੋਏ ਹਾਂ ਕਿ ਅਸੀਂ ਵਧਾਈ ਦਈਏ ਮੈਜੋਰਟੀ ਕਮੇਟੀ ਨੂੰ ਰਾਮ ਮੰਦਰ ਬਣ ਰਿਹਾ। ਅਸੀਂ ਵਧਾਈ ਦਈਏ ਆਪਣੇ ਪ੍ਰਧਾਨ ਮੰਤਰੀ ਜੀ ਨੂੰ। ਅਸੀਂ ਦੇਸ਼ ਨੂੰ ਇਹ ਦੱਸੀਏ ਕਿ ਅਸੀਂ ਸਾਰੀ ਮਿਨੋਰਟੀਜ਼ ਇਸ ਤੋਂ ਖੁਸ਼ ਹੈਗੇ ਹਾਂ ਔਰ ਅਸੀਂ ਦੇਸ਼ ਦੀ ਮੈਜੋਰਟੀ ਦੇ ਨਾਲ ਹੈ ਔਰ ਸਾਨੂੰ ਸਭ ਨੂੰ ਖੁਸ਼ੀ ਹੈ ਕਿ ਰਾਮ ਮੰਦਰ ਬਣ ਕੇ ਤਿਆਰ ਹੋਇਆ। ਅਸੀਂ ਸਾਰੇ ਹੀ ਉੱਥੇ ਜਾਵਾਂਗੇ। ਸਾਨੂੰ ਬਹੁਤ ਖੁਸ਼ੀ ਹੈ ਜੀ ਇਹ ਰਾਮ ਮੰਦਰ ਬਣ ਰਿਹਾ ਹੈ ਕਿਉਂਕਿ ਇਹ ਸੁਪਰੀਮ ਕੋਰਟ ਦਾ ਇੱਕ ਮੈਸੇਜ ਵੀ ਸੀ ਕਿ ਇਸ ਨੂੰ ਬਣਾਇਆ ਜਾਏ ਔਰ ਇਹ ਸਾਰੇ ਸਮਾਜ ਇਸ ਦਾ ਸਤਿਕਾਰ ਕਰਦੇ ਨੇ। ਅਸੀਂ ਨਹੀਂ, ਸਾਰੇ ਧਰਮ ਕਰਦੇ ਨੇ। तो ਇਸ ਨੂੰ ਬਣਨਾ ਚਾਹੀਦਾ ਹੈ। ਹਮੇਸ਼ਾ ਸਿੱਖ ਪੰਥ ਤੋਂ ਐਸੀ ਚੀਜ਼ਾਂ ਦੇ ਨਾਲ ਹੀ ਰਿਹਾ। ਦੇਖੋ ਰਾਮ ਮੰਦਿਰ ਦਾ ਜਿਹੜਾ ਹੈ ਨਾ, ਇਹ ਸਾਰੇ ਭਾਰਤ ਦਾ ਮੁੱਦਾ ਨਹੀਂ, ਸਾਰੀ ਦੁਨੀਆ ਦਾ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਇਹ ਸਾਡੇ ਲਈ ਬੜੀ ਗਰਵ ਦੀ ਗੱਲ ਹੈ। ਜਿਹੜੀ ਸਿੱਖਾਂ ਦੇ ਪਹਿਲੀ FIR ਹੋਈ ਸੀ ਰਾਮ ਮੰਦਿਰ ਦੇ ਉੱਤੇ, ਸਭ ਤੋਂ ਪਹਿਲਾ ਰੋਲ ਉੱਤੇ ਸਿੱਖਾਂ ਨੇ ਅਦਾ ਕੀਤਾ ਸੀ ਤੇ ਮੈਂ ਬੜੀ ਸਿੱਖ ਸਮਾਜ ਦੇ ਵੱਲੋਂ ਬਹੁਤ ਵਧਾਈ ਦਿੰਦਾ ਪੂਰੇ ਹਿੰਦੂ ਸਮਾਜ ਨੂੰ, ਪੂਰੇ ਦੇਸ਼ ਨੂੰ ਕਿ ਸਾਡੇ ਲਈ ਬੜੀ ਗਰਵ ਦੀ ਗੱਲ ਹੈ। ਜਿਹੜਾ ਮੁੱਦਾ ਬੜਾ ਪੁਰਾਣਾ ਸੀ ਉਹ ਸੁਪਰੀਮ ਕੋਰਟ ਦੇ ਵੱਲੋਂ, ਸਰਕਾਰ ਦੇ ਵੱਲੋਂ ਉਹਨੂੰ ਸੋਲਵ ਕੀਤਾ ਗਿਆ ਹੈ ਤੇ ਸਿੱਖ ਸਮਾਜ ਹਮੇਸ਼ਾ ਸਾਰਿਆਂ ਦੇ ਨਾਲ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ। See, I'm really happy to felicitate on this occasion because as we Christians have Holy Land and Muslims have Mecca or Medina, our Hindu brethren should have a Holy Land in our own place. So we Christians in our land is strongly supporting this blessing of this Ram Janmabhoomi Mandir. हम सब मिल के एक राम मंदिर बन रहे हैं पूजा पाठ करने का, ये बहुत खुशी की बात है। हम सब की तरफ से भारत की हिंदू धर्म को फॉलो करते हैं, सबको बधाई देना चाह रहा हूँ। और ये बहुत पवित्र भूमि है और ये राम जन्म भूमि में मंदिर जो बन रहा है, बहुत अच्छा काम हो रहा है। जो बहुत दिनों की जो मन में पीड़ा थी वो सब दूर हो गई है। लेकिन मुझे बहुत खुशी है कि राम मंदिर बना है और इनॉग्रेशन होने जा रहा है उसका, और इससे मेरे ख्याल में हिंदू मुस्लिम भाईचारा बहुत बढ़ेगा और बढ़ भी रहा है। नफरतों बुग़्ज़ अदावत को मिटाया जाए, नफरतों बुग़्ज़ अदावत को मिटाया जाए। आइए जश्न मोहब्बत का मनाया जाए। जिस तरह गंगा जमुना का मिलन होता है, जिस तरह गंगा जमुना का मिलन होता है, इसी तरह हिंदू मुसलमान और सभी धर्मों को मिलाया जाए। राम रहीम में अंतर नहीं, वह है हम सबका साई। अपने प्रभु का नाम लिए जा, अपने खुदा को याद किए जा, सारा जग जिसकी परछाई, राम रहीम में अंतर नहीं। सत श्री अकाल दोस्तों, स्वागत है साडे प्रोग्राम ਗੂੰਜਾਂ ਸਿੱਖ ਸਿਆਸਤ ਦੀ। ਮਗਰ ਸਿਆਸਤ ਦੀ ਵੀ ਨਹੀਂ ਤੇ ਸਿੱਖ ਦੀ ਵੀ ਨਹੀਂ, ਅੱਜ ਸਾਰੇ ਧਰਮ ਦੇ ਲੋਕੀ ਇੱਧਰ ਖਲੋਤੇ ਨੇ। ਸਾਡੇ ਨਾਲ ਮੌਜੂਦ ਨੇ ਇਕਬਾਲ ਸਿੰਘ ਲਾਲਪੁਰੀਆ ਜੀ, ਜਿਹੜੇ ਸਿੱਖ ਧਰਮ ਦੇ ਵੀ ਇੱਕ ਨੁਮਾਇੰਦਾ ਸ਼ਖਸੀਅਤ ਹੈਗੇ ਨੇ ਤੇ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਮਾਈਨੋਰਿਟੀ ਕਮਿਸ਼ਨ ਸੰਭਾਲ ਰਹੇ ਨੇ ਤੇ ਅੱਜ ਇੱਕ ਬੜਾ ਵੱਡਾ ਉਪਰਾਲਾ ਕੀਤਾ। ਸਰ ਆਪ ਜੀ ਦੇ ਮੂੰਹ ਪੁੱਛਣਾ ਚਾਹਾਂਗਾ, ਜਿਹੜਾ ਉਪਰਾਲਾ ਸੀ ਕੀ ਤੇ ਅੱਜ ਸੰਦੇਸ਼ ਕੀ ਦੇਣਾ ਚਾਹੁੰਦੀ ਹੈ ਪੂਰੀ ਮੀਟਿੰਗ? ਅਸੀਂ ਸਾਰੇ ਧਰਮਾਂ ਨੂੰ ਮੰਨਣ ਵਾਲੇ, ਇਸਲਾਮ ਨੂੰ ਮੰਨਣ ਵਾਲੇ, ਕ੍ਰਿਸਚੈਨਿਟੀ ਨੂੰ ਮੰਨਣ ਵਾਲੇ, ਸਿੱਖ ਧਰਮ ਨੂੰ ਮੰਨਣ ਵਾਲੇ, ਜੈਨ, ਬੌਧ, ਪਾਰਸੀ ਔਰ ਵੀ ਜਿਹੜੇ ਲੋਕ ਧਰਮ ਹੈਗੇ, ਬਹਾਈਸ ਵੀ ਹੈ, ਅਸੀਂ ਅੱਜ ਇਸ ਕਰਕੇ ਇਕੱਠੇ ਹੋਏ ਹਾਂ ਕਿ ਅਸੀਂ ਵਧਾਈ ਦਈਏ ਮੈਜੋਰਟੀ ਕਮੇਟੀ ਨੂੰ ਰਾਮ ਮੰਦਰ ਬਣ ਰਿਹਾ। ਅਸੀਂ ਵਧਾਈ ਦਈਏ ਆਪਣੇ ਪ੍ਰਧਾਨ ਮੰਤਰੀ ਜੀ ਨੂੰ। ਅਸੀਂ ਦੇਸ਼ ਨੂੰ ਇਹ ਦੱਸੀਏ ਕਿ ਅਸੀਂ ਸਾਰੀ ਮਿਨੋਰਟੀਜ਼ ਇਸ ਤੋਂ ਖੁਸ਼ ਹੈਗੇ ਹਾਂ ਔਰ ਅਸੀਂ ਦੇਸ਼ ਦੀ ਮੈਜੋਰਟੀ ਦੇ ਨਾਲ ਹੈ ਔਰ ਸਾਨੂੰ ਸਭ ਨੂੰ ਖੁਸ਼ੀ ਹੈ ਕਿ ਰਾਮ ਮੰਦਰ ਬਣ ਕੇ ਤਿਆਰ ਹੋਇਆ। ਅਸੀਂ ਸਾਰੇ ਹੀ ਉੱਥੇ ਜਾਵਾਂਗੇ ਔਰ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਮਿਨੋਰਟੀਜ਼ ਨੂੰ ਸੁਰੱਖਿਆ ਵੀ ਦਿੱਤੀ ਹੈ ਔਰ ਉਹਨਾਂ ਦਾ ਵਿਕਾਸ ਵੀ ਹੋ ਰਿਹਾ ਉਹਨਾਂ ਦੇ ਰਾਜ ਦੇ ਵਿੱਚ, ਤੇ ਇਸ ਕਰਕੇ ਇਹ ਫੈਸਲਾ ਅਸੀਂ ਸਾਰਾ ਕੀਤਾ ਤੇ ਇਹਦੇ ਲਈ ਸਾਰੇ ਲੋਕਾਂ ਦੀ ਰਾਏ ਵੀ ਲਈ। ਸਭ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਸਾਨੂੰ ਸਭ ਨੂੰ ਮਿਲ ਕੇ ਇਹ ਆਪਣੇ ਦੂਜੇ ਭਾਈਆਂ ਨੂੰ, ਜਿਹੜੀ ਮੈਜੋਰਟੀ ਕਮਿਊਨਿਟੀ ਹੈ, ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰੀਏ ਔਰ ਸਾਡਾ ਸੁਨੇਹਾ ਉਹਨਾਂ ਤੱਕ ਜਾਵੇ, ਇਸ ਲਈ ਇਹ ਉਪਰਾਲਾ ਕੀਤਾ।
ਸਰ ਇੱਕ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮਿਲਣ ਦੀ ਵੀ ਗੱਲਬਾਤ ਰੱਖੀ ਗਈ ਹੈ, ਉਹ ਕੀ ਹੈ ਫੈਸਲਾ? ਜੋ ਅਸੀਂ ਆਪਣੇ ਸਾਰੇ ਹੀ ਇਹਨਾਂ ਦੇ ਰਾਮ ਮੰਦਿਰ ਬਣਨ ਤੇ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਚਾਹਾਂਗੇ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਕਿ ਉਹਨੇ ਸਾਡੇ ਦੇਸ਼ ਦੇ ਵਿਕਾਸ ਵਾਸਤੇ, ਦੁਨੀਆ ਦਾ ਤੀਜੇ ਨੰਬਰ ਦੀ ਇਕਨੋਮੀ ਹੈ, ਸਭ ਤੋਂ ਮਜ਼ਬੂਤ ਦੇਸ਼ ਹੈ ਭਾਰਤ, ਉਸ ਬੁਲੰਦੀਆਂ ਤੇ ਪਹੁੰਚ ਗਿਆ ਜਿੱਥੇ ਕਦੇ ਵੀ ਅਜੇ ਤੱਕ ਨਹੀਂ ਹੋਇਆ। ਅਸੀਂ ਸਾਰੀ ਮਿਨੋਰਟੀਜ਼ ਇਸ ਗੱਲ ਤੋਂ ਬਹੁਤ ਖੁਸ਼ ਵੀ ਹਾਂ ਤੇ ਅਸੀਂ ਪ੍ਰਧਾਨ ਮੰਤਰੀ ਜੀ ਦੇ ਨਾਲ ਹਾਂ। ਸਰ ਇੱਕ ਰਾਮ ਮੰਦਿਰ ਦੇ ਅਯੋਧਿਆ ਜਾਣ ਦੀ ਗੱਲ ਵੀ ਹੋ ਰਹੀ ਹੈ, ਤੇ ਕਦੋਂ ਜਾ ਰਿਹਾ ਪੂਰਾ ਡੈਲੀਗੇਸ਼ਨ? ਅਸੀਂ ਕੋਸ਼ਿਸ਼ ਕਰਾਂਗੇ 2 ਜਾਂ 3 ਤਰੀਕ ਨੂੰ, ਜਦੋਂ ਵੀ ਇੱਕ ਤਾਂ ਸਾਡਾ ਰਾਮ ਮੰਦਿਰ ਦੇ ਉੱਥੋਂ ਦੇ ਪ੍ਰਬੰਧਕਾਂ ਨਾਲ ਸਾਡੀ ਗੱਲ ਹੋ ਜਾਏ, ਦੂਸਰਾ ਸਾਰਿਆਂ ਦੀ ਵਿਵਸਥਾ ਠੀਕ ਹੋ ਜਾਏ, ਇਸ ਲਈ ਥੋੜਾ ਸਮਾਂ ਚਾਹੀਦਾ। ਅਸੀਂ 2-3 ਨੂੰ ਜਾਣ ਦਾ ਪ੍ਰੋਗਰਾਮ ਬਣਿਆ, ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਹੋ ਸਕਦਾ ਹੈ। ਸਾਡੇ ਨਾਲ ਹੋਰ ਸ਼ਖਸ ਮੌਜੂਦ ਹੈਗੇ ਨੇ, ਇੱਕ ਦੋ ਸਿੰਘ ਸਾਹਿਬ ਇੱਧਰ ਪਿੱਛੇ ਖਲੋਤੇ ਨੇ, ਮੈਂ ਕਹਾਂਗਾ ਪਲੀਜ਼ ਥੋੜਾ ਅੱਗੇ ਆ ਜਾਣਗੇ, ਕਿਉਂਕਿ ਆਪ ਜੀ ਦਾ ਇੰਟਰਵਿਊ ਤਾਂ ਮੈਂ ਕਰਨਾ ਚਾਹ ਰਿਹਾ ਕਿਉਂਕਿ ਸ਼ਾਇਦ ਪਹਿਲੇ ਅੰਮ੍ਰਿਤਧਾਰੀ ਜਿਹੜੇ ਸਿੱਖ ਹੋਏ ਨੇ, ਜਿਨ੍ਹਾਂ ਦੇ ਪਰਿਵਾਰ ਨੂੰ ਗੁਰੂ, ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਇਹਨਾਂ ਦੇ ਹੀ ਉਹਨਾਂ ਦੇ ਵੰਸ਼ਜ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੇ ਅੰਮ੍ਰਿਤ ਛਕਿਆ ਸੀ। ਤਾਂ ਗਲਤ ਕਹਿ ਰਿਹਾ? ਸਹੀ ਕਹਿ ਰਹੇ ਹੋ ਜੀ। ਪਹਿਲੇ ਗੁਰੂ ਸਾਹਿਬ ਨੂੰ ਜਿਨ੍ਹਾਂ ਨੇ ਸੀਸ ਭੇਟ ਕੀਤਾ ਸੀ, ਮੈਂ ਉਹਨਾਂ ਦਾ 14ਵੀਂ ਪੀੜ੍ਹੀ ਚੋਂ ਭਾਈ ਦਇਆ ਸਿੰਘ ਦੇ ਪਰਿਵਾਰ ਚੋਂ ਬਾਬਾ ਨੌ ਨਿਹਾਲ ਸਿੰਘ ਜੀ, ਦੂਸਰੇ ਜਿਹੜੇ ਜਿਨ੍ਹਾਂ ਨੇ ਸੀਸ ਭੇਟ ਕੀਤਾ ਭਾਈ ਧਰਮ ਸਿੰਘ ਜੀ, ਉਹ ਮੇਰੇ ਨਾਲ ਹਨ, ਬਾਬਾ ਗੁਰਪ੍ਰੀਤ ਸਿੰਘ ਜੀ, ਇਹ ਹਸਤੀਨਾਪੁਰ ਰਹਿੰਦੇ ਨੇ ਔਰ 300 ਸਾਲ ਪਹਿਲੇ ਵੀ ਨਾਲ ਸੀ ਔਰ ਅੱਜ ਵੀ ਨਾਲ ਆ। ਜਦ ਗੁਰੂ ਸਾਹਿਬ ਦੇ ਨਾਲ 2 ਪਿਆਰੇ ਨਾਲ ਗਏ ਸੀ, ਅੱਜ ਉਸ ਵਕਤ ਵੀ ਨਾਲ ਸੀ ਔਰ ਅੱਜ ਵੀ ਨਾਲ ਆ। ਸਿੱਖ ਪੰਥ ਦਾ ਕੀ ਮੈਸੇਜ ਜਾ ਰਿਹਾ ਆਪ ਜੀ ਤੋਂ, ਕਿ ਆਪ ਜੀ ਉਹ ਸ਼ਖਸੀਅਤ ਹੈਗੀ ਉਹ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਰੋਂਟੇ ਖੜੇ ਹੁੰਦੇ ਨੇ, ਕਿਉਂਕਿ ਉਹ ਸਮਾਂ ਜਿਹੜਾ ਸੀ ਉਹ ਸਮਾਂ ਬੜਾ ਬੇਈਮਾਨ ਸੀ, ਤੇ ਉਸ ਵੇਲੇ ਜਿਹੜੀ ਇੱਕ ਯੁਕਤਾ ਹੋਈ ਤੇ ਅੱਜ ਜਿਹੜਾ ਸਰ ਤੇ ਦਸਤਾਰਾਂ ਹੈਗੀਆਂ ਨੇ, ਦਾ ਕੇਸ ਦਾੜੀ ਹੈਗੀ ਹੈ, ਜਾਂ ਕਹਿੰਦੇ ਨੇ ਕਿ ਤਿਲਕ ਜੰਦੂ ਰਾਖੀ ਵਾਸਤੇ ਜਿਹੜਾ ਮਾਹੌਲ ਬਣਿਆ, ਕਹਿ ਲਈਏ ਸਾਰੇ ਦੇ ਸਾਰੇ ਸਿੱਖਾਂ ਨੇ ਹੀ ਸ਼ੁਰੂਆਤ ਕੀਤੀ। ਤੇ ਕੀ ਕਹਿਣਾ ਚਾਹੋਗੇ? ਹੁਣ ਰਾਮ ਮੰਦਿਰ ਵੀ ਬਣਨ ਜਾ ਰਿਹਾ, ਕਿਉਂਕਿ ਉਸ ਤੋਂ ਪਹਿਲਾਂ ਰਾਮ ਮੰਦਿਰ ਟੁੱਟਿਆ ਸੀ ਉਸ ਸਮੇਂ ਦੇ ਅੰਦਰ, ਤੇ ਇਸ ਸਮੇਂ ਰਾਮ ਮੰਦਿਰ ਬਣਨ ਜਾ ਰਿਹਾ। ਜੀ ਸਾਨੂੰ ਬਹੁਤ ਖੁਸ਼ੀ ਹੈ ਜੀ, ਇਹ ਰਾਮ ਮੰਦਿਰ ਬਣ ਰਿਹਾ ਹੈ, ਕਿਉਂਕਿ ਇਹ ਤੇ ਸੁਪਰੀਮ ਕੋਰਟ ਦਾ ਇੱਕ ਮੈਸੇਜ ਵੀ ਸੀ ਕਿ ਇਸ ਨੂੰ ਬਣਾਇਆ ਜਾਏ ਔਰ ਇਹ ਤੇ ਸਾਰੇ ਸਮਾਜ ਇਸ ਦਾ ਸਤਿਕਾਰ ਕਰਦੇ ਨੇ, ਅਸੀਂ ਨਹੀਂ, ਸਾਰੇ ਧਰਮ ਕਰਦੇ ਨੇ, ਤਾਂ ਇਸ ਨੂੰ ਬਣਨਾ ਚਾਹੀਦਾ। ਹਮੇਸ਼ਾ ਸਿੱਖ ਪੰਥ ਤੋਂ ਐਸੀ ਚੀਜ਼ਾਂ ਦੇ ਨਾਲ ਹੀ ਰਿਹਾ ਔਰ ਅਸੀਂ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਜਿਹੜਾ ਇਹ ਕੰਮ ਹੋ ਰਿਹਾ ਹੈ, ਪਰਮਾਤਮਾ ਇਹਨੂੰ ਚੜ੍ਹਦੀ ਕਲਾ ਰੱਖੇ ਔਰ ਇਹ ਰਾਮ ਮੰਦਿਰ ਬਣਨਾ ਚਾਹੀਦਾ ਔਰ ਬਣਦਾ ਰਹੇ। ਉਸ ਦੇ ਨਾਲ ਸਾਰੇ ਮਿਲ ਜੁਲ ਕੇ, ਸਾਰੀ ਕਮਿਊਨਿਟੀ ਦੇ ਬੰਦੇ ਇਹਨਾਂ ਦੇ ਨਾਲ ਸਾਥ ਦਿਓ। ਔਰ ਅੱਜ ਅਸੀਂ ਸੱਦੇ ਤੇ ਆਏ ਸੀ ਲਾਲਪੁਰਾ ਜੀ ਦੇ, ਇਹਨਾਂ ਨੇ ਸਾਨੂੰ ਬੁਲਾਇਆ ਸੀ ਕਿ ਮਨਿਟੀ ਕਮਿਸ਼ਨ ਦੀ ਮੀਟਿੰਗ ਹੈ, ਕਿ ਸਾਰਾ ਪਰਿਵਾਰ, ਸਾਰੇ ਮਜ਼ਹਬ ਦੇ ਲੋਕ ਇੱਥੇ ਆਏ ਨੇ ਕਿ ਬਈ ਤੁਸੀਂ ਆਓ, ਤੇ ਉਸ ਵਿੱਚ ਅਸੀਂ ਇਹ ਡਿਸਕਸ਼ਨ ਕੀਤੀ ਸੀ ਕਿ ਬਈ ਇਹ ਜਿਹੜਾ ਰਾਮ ਮੰਦਿਰ ਹੈ ਇਹ ਬਹੁਤ ਵੱਡੀ ਗੱਲ ਹੈ, ਇਸ ਦੇ ਵਾਸਤੇ ਸਾਰੀ ਦੁਨੀਆ, ਪੂਰੀ ਸੰਸਾਰ ਦੇ ਲੋਕ ਅੱਜ ਇਸ ਨੂੰ ਦੇਖ ਰਹੇ ਹਨ। ਤੇ ਮੈਂ ਤਾਂ ਪ੍ਰਧਾਨ ਮੰਤਰੀ ਜੀ ਦਾ ਵੀ ਬਹੁਤ ਆਭਾਰੀ ਹਾਂ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਇਹਨਾਂ ਦਾ, ਤੇ ਸਾਰਿਆਂ ਨੂੰ ਮੈਂ ਇਸ ਦੀ ਵਧਾਈ ਦਿੰਦਾ ਰਾਮ ਮੰਦਿਰ ਦੀ, ਔਰ ਸਾਰੇ ਮਿਲ ਜੁਲ ਕੇ ਇਸ ਨੂੰ ਬਣਾਉਣ ਵਿੱਚ ਸਹਿਯੋਗ ਕਰੇ। ਵੀਰ ਜੀ ਮੈਂ ਆਪ ਜੀ ਤੋਂ ਭਾਵਨਾਵਾਂ ਪੁੱਛਣਾ ਚਾਹਾਂ, ਕੀ ਭਾਵਨਾਵਾਂ ਨੇ? ਕਿਉਂਕਿ ਗੁਰਬਾਣੀ ਚ ਆਉਂਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਜੇ ਕੋਈ ਬਾਣੀ ਦੇ ਸ਼ਬਦ ਗਲਤ ਨਿਕਲਿਆ ਹੋਏ ਤੇ ਉਹਦੀ ਮਾਫੀ ਚਾਹਾਂਗਾ। ਦੇਖੋ, ਰਾਮ ਮੰਦਿਰ ਦਾ ਜਿਹੜਾ ਹੈ ਨਾ, ਇਹ ਸਾਰੇ ਭਾਰਤ ਦਾ ਮੁੱਦਾ ਨਹੀਂ, ਸਾਰੀ ਦੁਨੀਆ ਦਾ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਇਹ ਸਭ ਸਾਡੇ ਲਈ ਬੜੀ ਗਰਵ ਦੀ ਗੱਲ ਹੈ। ਜਿਹੜੀ ਸਿੱਖਾਂ ਤੇ ਪਹਿਲੀ FIR ਹੋਈ ਸੀ ਰਾਮ ਮੰਦਿਰ ਦੇ ਉੱਤੇ, ਸਭ ਤੋਂ ਪਹਿਲਾ ਰੋਲ ਉੱਤੇ ਸਿੱਖਾਂ ਨੇ ਅਦਾ ਕੀਤਾ ਸੀ, ਤੇ ਮੈਂ ਬੜੀ ਸਿੱਖ ਸਮਾਜ ਦੇ ਵੱਲੋਂ ਬਹੁਤ ਵਧਾਈ ਦਿੰਦਾ ਪੂਰੇ ਹਿੰਦੂ ਸਮਾਜ ਨੂੰ, ਪੂਰੇ ਦੇਸ਼ ਨੂੰ, ਕਿ ਸਾਡੇ ਲਈ ਬੜੀ ਗਰਵ ਦੀ ਗੱਲ ਹੈ। ਜਿਹੜਾ ਮੁੱਦਾ ਬੜਾ ਪੁਰਾਣਾ ਸੀ ਉਹ ਸੁਪਰੀਮ ਕੋਰਟ ਦੇ ਵੱਲੋਂ, ਸਰਕਾਰ ਦੇ ਵੱਲੋਂ ਉਹਨੂੰ ਸੋਲਵ ਕੀਤਾ ਗਿਆ ਹੈ, ਤੇ ਸਿੱਖ ਸਮਾਜ ਹਮੇਸ਼ਾ ਸਾਰਿਆਂ ਦੇ ਨਾਲ ਹੈ। ਤੇ ਗੁਰੂ ਸਾਹਿਬ ਕਿਰਪਾ ਕਰਨ, ਜਦੋਂ ਵੀ ਰਾਮ ਮੰਦਿਰ ਦੇ ਲਾਲਪੁਰਾ ਜੀ ਨੇ ਕਿਹਾ ਕਿ ਬਈ ਆਪਾਂ ਛੇਤੀ ਤੋਂ ਛੇਤੀ ਉੱਥੇ ਜਾਵਾਂਗੇ ਤੇ ਆਪਾਂ ਸਾਰੇ ਮਿਲ ਜੁਲ ਕੇ ਉੱਥੇ ਦਰਸ਼ਨ ਵੀ ਕਰਾਂਗੇ, ਤੇ ਨਾਲ ਹੀ ਜਿਹੜੇ ਜਿੰਨੇ ਵੀ ਸਾਡੇ ਇੱਥੇ ਭੈਣ ਭਰਾ ਨੇ, ਜਿੰਨੇ ਵੀ ਸਾਡੇ ਵੀਰ ਨੇ, ਉਹਨਾਂ ਨੂੰ ਉੱਥੇ ਦਾ ਇਤਿਹਾਸ ਵੀ ਦੱਸਾਂਗੇ ਕਿ ਰਾਮ ਮੰਦਿਰ ਦੇ ਨਾਲ ਸਿੱਖਾਂ ਦੇ ਵੀ ਜਿਹੜੇ ਪੁਰਾਣੇ ਸਮੇਂ ਦੇ ਗੁਰਦੁਆਰਾ ਸਾਹਿਬ ਦੇ, ਉਹਨਾਂ ਨੂੰ ਵੀ ਦਰਸ਼ਨ ਕਰਾਵਾਂਗੇ ਤੇ ਉੱਥੇ ਦਾ ਇਤਿਹਾਸ ਵੀ ਇਹਨਾਂ ਨੂੰ ਦੱਸਾਂਗੇ। फादर साहब पहले मैं आप जी को बुलाना चाहूंगा, क्योंकि क्रिश्चियन धर्म को लोग फॉलो शायद इन सालों कम करते होंगे, मगर क्रिश्चियंस के स्कूलों में पढ़ना हर बच्चा चाहता है। See, may I speak in English? Sure. See, I'm really happy to felicitate on this occasion
because as we Christians have Holy Land and Muslims have Mecca or Medina, our Hindu brethren should have a Holy Land here in our own place. So we Christians in our land is strongly supporting this blessing of this Ram Janmabhoomi Mandir. So we are happy to join in that venture, and I'm really happy that our Minority Commission has organized a wonderful meeting to show the solidarity. Would you like to go Ram Mandir Janambhoomi? Why not? If our Minority Commission is organizing a joint venture, taking all the minority members, surely I will be there. थैंक यू वेरी मच। आपका सर नाम क्या है? ट्राशी खिरूब खिरू साहब, कौन सी लैंग्वेज कंफर्टेबल है आप? बेटर इन हिंदी। हिंदी में अगर मुझे बताइए, राम जन्मभूमि के ऊपर आज एक माइनॉरिटी कमीशन ने प्रोग्राम किया, एक मीटिंग ऑर्गेनाइज करी और राम जन्मभूमि जाने की बात चल रही है, तो आपका क्या विचार है इसके ऊपर? नहीं, सबसे पहले अब चेयरमैन साहब की विचार, आज 6 मिनोरिटी का सबका विचार, हम सब मिल के एक राम मंदिर बन रहा है पूजा पाठ करने का, ये बहुत खुशी की बात है। हम सब की तरफ से बारात की हिंदू धर्म को फॉलो करते हैं, सबको बधाई देना चाह रहा हूँ। हम सब बुद्धिज़्म है, इन मेजरेबल लव, इन मेजरेबल कंपैशन, इन मेजरेबल जॉय, इन मेजरेबल इक्वालिटी। इसमें यह I'm become a Buddha for the benefit of all beings. All beings में यह बुद्धिज़्म है, जैन है, क्रिश्चियनिटी है, मुस्लिम है, सिख है, ऐसा ही नहीं है, ऑल बींग्स। आज बहुत खुशी है, आज हम बारात के प्रेसिडेंट, वाइस प्रेसिडेंट, प्रधानमंत्री, इनके बिना हम चेयरमैन की थ्रू ऑल बुद्धिज़्म के थ्रू से बहुत बहुत कांग्रेचुलेशन, हम बहुत खुशी हूँ जी। दोबारा सब लोग ऐसे करते हैं। जैन साहब, मैं आपसे बात करना चाहूंगा क्योंकि विष्णु जैन जी ने मंदिर के लिए बहुत लड़ाई लड़ी है और जैन साहब को से बात करनी बहुत जरूरी है। जैन साहब, वैसे तो नखून और मार्कर से सिख और हिंदुओं को कहा जाता है, मगर आप भी उनमें से कहीं कम नहीं है, क्योंकि एक ही घड़े का पात्र है। क्योंकि मुझे नहीं लगता कि पानी और घड़े को अलग किया जाए, पानी पिया जा सकता है। तो वैसे ही जैन धर्म और हिंदू धर्म का रिलेशन रहा है, तो आपको राम जन्मभूमि में जाके कैसा महसूस होगा? मैं पिछले कई बार राम जन्मभूमि, जो कि अभी हम सब अयोध्या का भी नाम लें, क्योंकि राम जन्मभूमि अयोध्या को बताया है और अयोध्या एक शाश्वत तीर्थ है, मैं अपने पहले भी बता चुका हूँ। और हमें खासकर जैन धर्म को तो बहुत खुशी है ही, सभी को होनी चाहिए। ये जैन धर्म का भी शाश्वत तीर्थ है और हम इसमें बहुत बढ़ चढ़ कर हिस्सा लेते हैं। और अभी हम वहाँ पे बहुत सुंदर कार्य कर रहे हैं, वहाँ पे जैन मंदिरों का भी विकास हो रहा है। और राम जन्मभूमि की वजह से अयोध्या जो एक शाश्वत तीर्थ है उसका बड़ा नाम हो रहा है। और राम जन्मभूमि कहते कहते लोग ये भूल जाते हैं ये अयोध्या में बन रही है, और अयोध्या में सभी भगवानों का जन्म हुआ है वहाँ पे, और ये बहुत पवित्र भूमि है। और ये राम जन्म भूमि में मंदिर जो बन रहा है, बहुत बहुत अच्छा काम हो रहा है। जो बहुत दिनों की जो मन में पीड़ा थी वो सब दूर हो गई है। हमारे साथ कोई मुस्लिम समुदाय से लोग भी हैं, चांसलर साहब हैं और भी लोग हैं। मैं चांसलर आपसे बात करना चाहूंगा पहले। सर, सलाम वालेकुम। वालेकुम सलाम। सर, मुझे बात बताइए कि मुस्लिम समुदाय को बड़ा ही ना एक माना जाता है कि हिंदू मुस्लिम दोस्ती तो नहीं मानी जाती, कट्टरता बहुत ज्यादा मानी जाती है। कहीं ना कहीं मीडिया कह लीजिए, सोशल मीडिया कह लीजिए, या एक माहौल चलता आ रहा है या अंग्रेजों को बंटवारा कह लीजिए। मगर ये क्या राम जन्मभूमि क्या वो शुरुआत करेगी कि जहां से कड़वाहट खत्म हो और मिठास शुरू हो? बिल्कुल साहब, ये शुरुआत है कि जिसमें कड़वाहट ख़त्म हो रही है। अब मैं आपको बता दूं, पहले अपने बारे में बता दूं कि मैं उस फैमिली से ताल्लुक़ रखता हूं कि मेरे जो बुज़ुर्ग हैं वो उन 12 लोगों की टीम में थे जो सऊदी अरब से इस्लाम फैलाने के लिए इंडिया में आए थे। उनमें से एक मेंबर का मैं भी एक वो हूँ, जिनके जो शाह वलीउल्लाह मुहद्दिस देहलवी हैं, मैं उनके ख़ानदान से ताल्लुक़ रखता हूँ। बहुत ही सूफ़ी संत ख़ानदान है हम लोगों का।
आप ये कह सकते हैं कि बिल्कुल ही मतलब इस्लाम मज़हब हम लोगों के पूर्वजों ने यहाँ पे हिंदुस्तान में फैलाया है। लेकिन मुझे बहुत खुशी है, मैं पिछले 2-3 बार अयोध्या होकर आया हूँ, जहाँ राम मंदिर देखकर अभी आया हूँ। मैं गोल्डन टेम्पल में भी जा चुका हूँ अपने दोस्तों के साथ में। और मेरे दोस्त सर के एडवाइज़र हैं ढिल्लो साहब मेरे साथ मस्जिद में नमाज भी पढ़ चुके हैं। मैं गोल्डन टेम्पल में मत्था भी टेक चुका हूँ, कीर्तन में भी शामिल हो चुका हूँ, सब जगह हो चुका हूँ। लेकिन मुझे बहुत खुशी है कि राम मंदिर बना है और इनॉग्रेशन होने जा रहा है उसका, और इससे मेरे ख्याल में हिंदू मुस्लिम भाईचारा बहुत बढ़ेगा और बढ़ भी रहा है। खत्म हो रही है नफरत इस वक्त। नफरतें खत्म होंगी? बिल्कुल खत्म होंगी सर, नफरतें खत्म हो रही हैं इस चीज से। आपने भी एक शेर वो दोबारा बताएंगे? नफरतो बुग़्ज़ अदावत को मिटाया जाए, नफरतो बुग़्ज़ अदावत को मिटाया जाए, आइए जश्न मोहब्बत का मनाया जाए। जिस तरह गंगा जमुना का मिलन होता है, जिस तरह गंगा जमुना का मिलन होता है, इसी तरह हिंदू मुसलमान और सभी धर्मों को मिलाया जाए। या सर्वप्रथम मैं राष्ट्रीय अल्पसंख्यक आयोग का मैं अभिनंदन करना चाहता हूं कि यहाँ से जो संदेश जाएगा यह राष्ट्रीय एकता का संदेश जाएगा, क्योंकि भारत में हम कहते हैं कि हम मजहबों में बट गए हैं। तो यहाँ का जो संदेश है कि पहले हम भारतीय है, तो राष्ट्रीय एकता का संदेश यहाँ से जाएगा। और दूसरी बात है कि राम के बारे में, क्योंकि मैं यहूदी धर्म का धर्मगुरु हूँ, और ये भारत ऐसा एक देश है सारे विश्व में कि कभी भी यहूदी समाज के अनुयायियों को या कभी भी कपट छल का सामना, एंटीसेमिटिज्म का सामना नहीं करना पड़ा। जगह भी ऐसी लग रही है जहाँ पे मुस्लिम और यहूदी इकट्ठे खड़े हैं। हाँ, वो तो हमेशा। और आप आइए, और मैं आपको बात बताना चाहता हूँ। जब आपने यहूदी और मुस्लिमों की बात की है, मैं आपको ये वीडियो भी पाकिस्तान वाले देखेंगे ना तो डर जाएंगे। एक मिनट मेरी बात सुनिए, क्योंकि इन्होंने कहा, परिचय दिया कि जामिया इस्लामिया यूनिवर्सिटी से है, और एक ही यहूदी की लड़की है, वो मेरी लड़की आज जो ऑस्ट्रेलिया में बसी हुई है, उसने वहाँ से मास्टर्स मास कम्युनिकेशन भी किया और सारे विश्वविद्यालय में पहले नंबर से पास हो गई है। और क्या चाहिए? वहाँ के सारे बच्चे आते थे यहूदियों के मंदिरों में, सिनेगॉग में, और हमसे दुआ करते थे। तो ये बड़ा संदेश है। नहीं, मजाक तो ये है कि इब्राहिम कल्चर है आप दोनों का। देखिए, हम भाई है, मगर लड़ते भी आप ही हैं। नहीं, वो राजनीति है। जब राजनीति, धर्म और राजनीति एक सिक्के के दो पहलू है। अगर राजनीति का अगर प्रयोग करोगे तो धर्म नहीं होता है। धर्म क्या है? जो मानना नहीं है, जानना है। किसी का हाथ पकड़ के जाना नहीं है, अपने अंदर की जो रूहानी शक्ति है उसको आप जो जागरूक करना है। और मैं राम के बारे में यही कहूंगा, पहले भी मैंने कहा था कि एक कबीर का दोहा है, राम रहीम में अंतर नहीं, वह है हम सबका साई। अपने प्रभु का नाम लिए जा, अपने खुदा को याद किए जा, सारा जग जिसकी परछाई, राम रहीम में अंतर नहीं। जीवन को संगीत बना ले, हर गम को गीत बना ले, काहे को आँखियां भर आई, राम रहीम में अंतर नहीं। दूर खड़ा तो किसके डर से, मांग ले कुछ जाता के घर से, सबने मन की मुरादें पाई, राम रहीम में अंतर नहीं। हम सब जो सारे धर्म के लोग हैं, वो आपके चेयरपर्सन साहब है लालपुरा साहब, वो अगर लेके जाएंगे तो उनके नेतृत्व में वहां जाके 22 तारीख को हम भाग के वहां हमारा ये करेंगे, प्रतिनिधित्व करेंगे। तो ये थे सबके विचार जिन्होंने अपने विचार रखे। हमारे तो लालपुरा जी भी हैं। लालपुरा जी, आपने सबके विचार दोबारा सुने, कैसा लगा आपको? मैं इन्हीं के विचारों को आगे पहुंचाने वाला आदमी हूँ। तो जो फैसले इन्होंने किए हैं वो ये देश को जोड़ने वाले फैसले हैं। हम कहते हैं लेट अस सेलिब्रेट द डाइवर्सिटी, यूनिटी इन डाइवर्सिटी। ये हमारे देश का जो है बहुत बड़ा पिलर है। तो ऐसा और दुनिया में कहीं नहीं है। तो हम अपने भाइयों से पीछे ना रह जाएं,
मेजॉरिटी को उनको बधाई देने के लिए, इसलिए हम लोग इकट्ठे हुए थे और सभी लोगों ने यही कहा कि हम उनको मुबारकबाद पेश करते हैं, हमारा देश मजबूत हो, हमारे प्रधानमंत्री मजबूत हों, इसके लिए हम सब मिलके काम करेंगे। ये था हमारा आज का एपिसोड। देखते रहिए वॉइस ऑफ इंडिया।